फॉर आल टेंसेस रूल। हुण आपां पढ़ांगे भी जदों आपां पैसिव वॉइस चेंज करनी आ तां टेंसेस दे इस संबंधी की रूल हुंदे हन। देयर आर टू बेसिक रूल्स फॉर कन्वर्टिंग sentences from active voice into passive voice which apply to all tenses। ਐਕਟਿਵ ਵਾਇਸ ਨੂੰ ਪੈਸਿਵ ਵਾਇਸ ਵਿੱਚ ਬਦਲਣ ਦੇ ਲਈ ਦੋ ਬੇਸਿਕ ਰੂਲ ਹੁੰਦੇ ਆ ਜੋ ਕਿ ਸਾਰੇ ਟੈਂਸਿਸ 'ਤੇ ਲਾਗੂ ਹੁੰਦੇ ਹਨ। ਪਹਿਲਾ, ਦ ਪਲੇਸਿਸ ਆਫ ਸਬਜੈਕਟ ਐਂਡ ਆਬਜੈਕਟ ਇਨ ਅ ਸੈਂਟੈਂਸ ਆਰ ਇੰਟਰਚੇਂਜ ਫਾਰ ਕਨਵਰਟਿੰਗ ਐਕਟਿਵ ਵਾਇਸ ਇਨਟੂ ਪੈਸਿਵ ਵਾਇਸ। ਜਦੋਂ ਅਸੀਂ ਐਕਟਿਵ ਵਾਇਸ ਨੂੰ ਪੈਸਿਵ ਵਾਇਸ ਦੇ ਵਿੱਚ ਚੇਂਜ ਕਰਦੇ ਹਾਂ ਤਾਂ ਸਬਜੈਕਟ ਤੇ ਆਬਜੈਕਟ ਇੱਕ ਦੂਸਰੇ ਦੀ ਜਗ੍ਹਾ ਲੈ ਲੈਂਦੇ ਹਨ। ਭਾਵ ਸਬਜੈਕਟ ਦੀ ਜਗ੍ਹਾ ਆਬਜੈਕਟ ਲੈ ਲੈਂਦਾ ਹੈ, ਆਬਜੈਕਟ ਦੀ ਜਗ੍ਹਾ ਸਬਜੈਕਟ ਲੈ ਲੈਂਦਾ ਹੈ। ਦ ਓਨਲੀ ਥਰਡ ਫਾਰਮ ਆਫ ਵਰਬ ਇਜ਼ ਰਿਟਨ ਇਜ਼ ਯੂਜ਼ਡ ਐਜ਼ ਏ ਮੇਨ ਵਰਬ ਇਨ ਪੈਸਿਵ। ਜਦੋਂ ਅਸੀਂ ਐਕਟਿਵ ਤੋਂ ਪੈਸਿਵ ਵਾਇਸ ਬਣਾਉਂਦੇ ਹਾਂ ਤਾਂ ਪੈਸਿਵ ਵਾਇਸ ਦੇ ਵਿੱਚ ਅਸੀਂ ਵਰਬ ਦੀ ਤੀਸਰੀ ਫਾਰਮ ਦੀ ਵਰਤੋਂ ਕਰਦੇ ਹਾਂ। ਸਾਰੇ ਟੈਂਸਿਸ 'ਤੇ ਲਾਗੂ ਹੁੰਦਾ ਹੈ। The rules for using auxiliary verb or helping verb in a passive voice are different for each tense as explained below। At the end of this page you can also see an easy way to remember these rules। ਜਿਹੜਾ auxiliary verb ਭਾਵ ਹੈਲਪਿੰਗ ਵਰਬ ਆ ਪੈਸਿਵ ਵਾਇਸ ਦੇ ਵਿੱਚ ਉਹ ਕੀ ਆ, ਸਾਰੇ ਟੈਂਸਿਸ ਦੀ ਉਸ ਸੰਬੰਧੀ ਵੱਖੋ ਵੱਖਰੇ ਨਿਯਮ ਆ ਜਿਨ੍ਹਾਂ ਨੂੰ ਅਸੀਂ ਅੱਗੇ ਜਾ ਕੇ ਪੜ੍ਹਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹੈਗੇ ਆ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੀ। ਆਕਸੀਲਰੀ ਵਰਬ ਯੂਜ਼ਡ ਇਨ ਪੈਸਿਵ ਵਾਇਸਿਸ ਇਜ਼ ਐਮ ਆਰ। ਜਦੋਂ ਅਸੀਂ ਪੈਸਿਵ ਵਾਇਸ ਚੇਂਜ ਕਰਦੇ ਹਾਂ ਉਦੋਂ ਅਸੀਂ ਇਜ਼ ਐਮ ਆਰ ਜਿਹੜੀ ਹੈਲਪਿੰਗ ਵਰਬ ਦੀ ਵਰਤੋਂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਟੈਂਸ ਦੀ ਪਹਿਚਾਣ ਕਰਨੀ ਆ। ਐਕਟਿਵ ਵਾਇਸ ਦੇ ਵਿੱਚ ਦੇਖੋ ਲਿਖਿਆ ਹੈ ਹੀ ਰਾਈਟਸ ਅ ਲੈਟਰ। ਵਰਬ ਦੀ ਪਹਿਲੀ ਫਾਰਮ ਐਸ ਲੱਗੀ ਆ। ਇਟ ਮੀਨਸ ਇਹ ਕੀ ਆ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਆ। ਇਹਦਾ ਸਟਰਕਚਰ ਦੇਖੀਏ, ਹੀ ਸਬਜੈਕਟ ਆ, ਰਾਈਟ ਵਰਬ ਆ, ਇਹ ਲੈਟਰ ਆਬਜੈਕਟ ਆ। ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਪੈਸਿਵ ਵਾਇਸ ਦੇ ਵਿੱਚ ਆਪਾਂ ਇਜ਼ ਐਮ ਆਰ ਲਾਉਣਾ। ਹੈਲਪਿੰਗ ਵਰਬ ਇਜ਼ ਇੱਕ ਵਚਨ ਨਾਲ, ਐਮ ਆਈ ਨਾਲ ਤੇ ਆਰ ਬਹੁਵਚਨ ਨਾਲ। ਇਹ ਜੋ ਆਬਜੈਕਟ ਆ ਉਹਨੂੰ ਪੈਸਿਵ ਦੇ ਵਿੱਚ ਆਪਾਂ ਸਬਜੈਕਟ ਦੀ ਜਗ੍ਹਾ 'ਤੇ ਲਿਖਾਂਗੇ ਕਿਉਂਕਿ ਇੱਕ ਵਚਨ ਇਹਦੇ ਨਾਲ ਇਜ਼ ਹੈਲਪਿੰਗ ਵਰਬ ਲੱਗ ਗਿਆ। ਰਾਈਟ ਦੀ ਤੀਸਰੀ ਫਾਰਮ ਰਿਟਨ ਬਾਏ ਹਿਮ। ਹੀ ਦਾ ਜਿਹੜਾ ਹੈਗਾ ਹੀ ਪ੍ਰਨਾਉਨ ਆ ਉਹਨੂੰ ਪੈਸਿਵ ਵਾਇਸ ਦੇ ਵਿੱਚ ਆਪਾਂ ਹਿਮ ਦੇ ਰੂਪ ਵਿੱਚ ਲਿਖਾਂਗੇ। ਹੀ ਡਜ਼ ਨਾਟ ਰਾਈਟ ਏ ਲੈਟਰ। ਪੈਸਿਵ ਇੰਡੈਫੀਨਿਟ ਦਾ ਨਾਂਵਾਚਕ ਵਾਕ ਹੀ ਡਜ਼ ਨਾਟ ਰਾਈਟ ਆ ਲੈਟਰ। ਹੀ ਸਬਜੈਕਟ ਹੈ। ਡਜ਼ ਨਾਟ ਨੈਗੇਟਿਵ ਟੈਂਸ ਨੂੰ ਜਿਹੜਾ ਸਾਡੇ ਕੋਲ ਪੇਸ਼ ਕਰਦਾ ਹੈ। ਰਾਈਟ ਵਰਬ ਦੀ ਫਾਰਮ ਏ ਆਬਜੈਕਟ। ਇਹ ਲੈਟਰ ਇੱਕ ਵਚਨ ਹੋਣ ਕਰਕੇ ਇਹਦੇ ਨਾਲ ਇਜ਼ ਨਾਟ ਲੱਗ ਗਿਆ। ਵਰਬ ਦੀ ਤੀਸਰੀ ਫਾਰਮ ਰਿਟਨ ਬਾਏ ਹੈਮ। ਡਜ਼ ਹੀ ਰਾਈਟ ਆ ਲੈਟਰ। ਇਹ ਇੰਟੈਰੋਗੇਟਿਵ ਸੈਂਟੈਂਸ ਹੈ। ਇਹਦੇ ਵਿੱਚ ਹੀ ਸਬਜੈਕਟ, ਰਾਈਟ ਵਰਬ ਦੀ ਪਹਿਲੀ ਫਾਰਮ ਤੇ ਇਹ ਲੈਟਰ ਆਬਜੈਕਟ ਹੈ। ਪੈਸਿਵ ਵਾਇਸ ਦੇ ਵਿੱਚ ਕਿਉਂਕਿ ਇਹ ਲੈਟਰ ਆ ਤਾਂ ਆਪਾਂ ਇਹਦੇ ਨਾਲ ਹੈਲਪਿੰਗ ਵਰਬ ਇਜ਼ ਲਾਵਾਂਗੇ ਕਿਉਂਕਿ ਇਹ ਪ੍ਰਸ਼ਨਵਾਚਕ ਵਾਕ ਹੈ ਤੇ ਇਸ ਦੀ ਵਰਤੋਂ ਜਿਹੜਾ ਹੈਗਾ ਸੈਂਟੈਂਸ ਦੇ ਸ਼ੁਰੂ ਵਿੱਚ ਕਰਕੇ ਉਸ ਤੋਂ ਬਾਅਦ ਇਹ ਲੈਟਰ ਵਰਬ ਦੀ ਤੀਸਰੀ ਫਾਰਮ ਰਿਟਨ ਬਾਏ ਹੈਮ। ਦੇ ਬਾਏ ਬੁੱਕਸ। ਦੇ ਬਹੁਵਚਨ, ਬਾਏ ਵਰਬ ਦੀ ਪਹਿਲੀ ਫਾਰਮ ਬੁੱਕਸ ਆਬਜੈਕਟ ਆ। ਦੇ ਸਬਜੈਕਟ, ਬਾਏ ਵਰਬ, ਬੁੱਕਸ ਆਬਜੈਕਟ। ਬੁੱਕਸ ਬਹੁਵਚਨ ਹੋਣ ਕਰਕੇ ਇਹਨਾਂ ਨਾਲ ਆਕਸੀਲਰੀ ਵਰਬ ਆਰ ਲੱਗ ਗਿਆ। ਬਾਏ ਦੀ ਤੀਸਰੀ ਫਾਰਮ ਬੌਟ ਬਾਏ ਦੈਮ। ਹੀ ਹੈਲਪਸ ਮੀ। ਹੀ ਸਬਜੈਕਟ, ਹੈਲਪਸ ਵਰਬ, ਮੀ ਆਬਜੈਕਟ। ਆਈ ਮੀ ਤੋਂ ਆਈ ਨਾਲ ਹੈਲਪਿੰਗ ਵਰਬ ਐਮ। ਹੈਲਪ ਦੀ ਤੀਸਰੀ ਫਾਰਮ ਹੈਲਪਡ ਬਾਏ ਹੈਮ। ਆਈ ਐਮ ਹੈਲਪਡ ਬਾਏ ਹੈਮ। ਵੀ ਮੇਕ ਚੇਅਰਸ। ਵੀ ਸਬਜੈਕਟ, ਮੇਕ ਵਰਬ, ਚੇਅਰ ਆਬਜੈਕਟ। ਪੈਸਿਵ ਵਾਇਸ ਦੇ ਵਿੱਚ ਆਬਜੈਕਟ ਚੇਅਰ ਸਬਜੈਕਟ ਬਣ ਜੂ ਚੇਅਰਸ ਕਿਉਂਕਿ ਚੇਅਰਸ ਬਹੁਵਚਨ ਆ ਤਾਂ ਹੈਲਪਿੰਗ ਵਰਬ ਆਰ ਲੱਗ ਗਿਆ। ਮੇਕ ਦੀ ਤੀਸਰੀ ਫਾਰਮ ਮੇਡ ਬਾਏ ਅਸ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ। ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੀ ਪਹਿਚਾਣ ਇਜ਼ ਐਮ ਆਰ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ। ਅਤੇ ਜਦੋਂ ਅਸੀਂ ਇਸ ਦੀ ਪੈਸਿਵ ਵਾਇਸ ਬਣਾਉਂਦੇ ਹਾਂ ਤਾਂ ਆਪਾਂ ਆਕਸੀਲਰੀ ਵਰਬ ਜਾਂ ਹੈਲਪਿੰਗ ਵਰਬ ਇਜ਼ ਐਮ ਆਰ ਅਤੇ ਉਹਦੇ ਨਾਲ ਬੀਇੰਗ ਲਾਵਾਂਗੇ। ਇਜ਼ ਬੀਇੰਗ, ਐਮ ਬੀਇੰਗ, ਆਰ ਬੀਇੰਗ ਅਤੇ ਵਰਬ ਦੀ ਤੀਸਰੀ ਫਾਰਮ। ਐਕਟਿਵ ਵਾਇਸ ਦੇ ਵਿੱਚ ਦੇਖੋ ਹੀ ਇਜ਼ ਈਟਿੰਗ ਏ ਮੈਂਗੋ।
sorry, she is eating a mango. She subject is helping verb. Eating verb ਦੀ ਪਹਿਲੀ ਫਾਰਮ ing, a mango object. ਪੈਸਿਵ ਵਾਇਸ ਦੇ ਵਿੱਚ a mango ਨੂੰ ਅਸੀਂ ਸਬਜੈਕਟ ਦੀ ਜਗ੍ਹਾ ਤੇ ਲਿਖਾਂਗੇ ਕਿਉਂਕਿ ਇੱਕ ਵਚਨ ਆ is ਤੇ ਕਿਉਂਕਿ ਪੈਸਿਵ ਵਾਇਸ ਆਪਾਂ being ਲਾਉਂਦੇ ਆ ਤਾਂ being ਲੱਗ ਗਿਆ। verb ਦੀ ਤੀਸਰੀ ਫਾਰਮ eat ਦੀ eaten by she, pronoun ਆ ਉਹਦਾ ਜਿਹੜਾ ਪੈਸਿਵ ਵਾਇਸ ਦੇ ਵਿੱਚ ਹਰ ਬਣ ਜੂਗਾ। ਇਹ mango is being eaten by her. she does not eating a mango. she subject is not ਜਿਹੜਾ ਹੈਗਾ is auxiliary verb, not ਨਾਂਵਾਚਕ ਵਾਕ ਨੂੰ ਜਿਹੜਾ ਪ੍ਰੈਜ਼ੈਂਟ ਕਰਦਾ ਹੈ। eating verb ਦੀ ਪਹਿਲੀ ਫਾਰਮ ing, a mango object। ਇਹ ਮੈਂਗੋ ਇੱਕ ਵਚਨ ਹੋਣ ਕਰਕੇ is, ਨਾਂਵਾਚਕ ਹੋਣ ਕਰਕੇ not ਲੱਗ ਗਿਆ। being ਜਿਹੜਾ ਹੈਗਾ ਕੰਟੀਨਿਊਸ ਟੈਂਸ ਹੋਣ ਕਰਕੇ eat ਦੀ ਤੀਸਰੀ ਫਾਰਮ eaten by her। ਉਸ ਤੋਂ ਬਾਅਦ is she eating a mango, ਇਹ ਇੰਟਰੋਗੇਟਿਵ ਸੈਂਟੈਂਸ ਆ। ਹੈਲਪਿੰਗ ਵਰਬ ਸੈਂਟੈਂਸ ਦੇ ਸ਼ੁਰੂ ਵਿੱਚ ਲੱਗਿਆ ਹੈ ਤੇ she ਸਬਜੈਕਟ, eating ਵਰਬ ਦੀ ਪਹਿਲੀ ਫਾਰਮ ing, a mango object ਆ। ਕਿਉਂਕਿ a mango ਇੱਕ ਵਚਨ ਹੋਣ ਕਰਕੇ is ਨੂੰ ਆਪਾਂ ਇਹਦੇ ਨਾਲ ਹੈਲਪਿੰਗ ਵਰਬ ਲਾਵਾਂਗੇ ਕਿਉਂਕਿ ਇਹ ਪ੍ਰਸ਼ਨਵਾਚਕ ਵਾਕ ਹੈ। ਇਸ ਲਈ ਅਸੀਂ ਇਜ ਨੂੰ ਸੈਂਟੈਂਸ ਦੇ ਸ਼ੁਰੂ ਵਿੱਚ ਵਰਤ ਕੇ is a mango being eaten by her ਤੇ ਵਾਕ ਦੇ ਅੰਤ ਵਿੱਚ ਇੱਥੇ ਸਾਈਨ ਆਫ ਇੰਟਰੋਗੇਸ਼ਨ ਲਾਉਣਾ ਜੋ ਨਹੀਂ ਲੱਗਿਆ ਹੋਇਆ। they are washing shirts, ਦੇ ਬਹੁਵਚਨ ਹੋਣ ਕਰਕੇ ਹੈਲਪਿੰਗ ਵਰਬ ਆਰ ਲੱਗ ਗਿਆ। ਵਰਬ ਦੀ ਪਹਿਲੀ ਫਾਰਮ ing, ਸ਼ਰਟ ਆਬਜੈਕਟ। ਸ਼ਰਟਸ ਬਹੁਵਚਨ ਹੋਣ ਕਰਕੇ ਹੈਲਪਿੰਗ ਵਰਬ ਆਰ ਲਾਵਾਂਗੇ। being washed by them, ਦੇ ਤੋਂ them ਬਣ ਗਿਆ। you are disturbing me, you ਸਬਜੈਕਟ ਆਰ ਹੈਲਪਿੰਗ ਵਰਬ। disturbing ਵਰਬ ਦੀ ਪਹਿਲੀ ਫਾਰਮ ing ਤੇ me ਆਬਜੈਕਟ। I am being disturbed by you, ਮੀ ਤੋਂ ਜਿਹੜਾ ਸਬਜੈਕਟ ਆਈ ਬਣ ਗਿਆ। ਆਈ ਨਾਲ ਹੈਲਪਿੰਗ ਵਰਬ ਐਮ ਲੱਗਦਾ ਹੈ। ਜਿਹੜਾ ਕੰਟੀਨਿਊਸ ਸੈਂਟੈਂਸ ਹੋਣ ਕਰਕੇ ਬੀਇੰਗ ਲਾਤਾ। ਡਿਸਟਰਬ ਦੀ ਤੀਸਰੀ ਫਾਰਮ ਡਿਸਟਰਬਡ ਬਾਈ ਯੂ। ਵੀ ਆਰ ਡੈਕੋਰੇਟਿੰਗ ਦਾ ਰੂਮ, ਵੀ ਸਬਜੈਕਟ ਆਰ ਹੈਲਪਿੰਗ ਵਰਬ। ਡੈਕੋਰੇਟਿੰਗ ਵਰਬ ਦੀ ਪਹਿਲੀ ਫਾਰਮ ing, ਦਾ ਰੂਮ ਆਬਜੈਕਟ। ਦਾ ਰੂਮ ਇੱਕ ਵਚਨ ਹੋਣ ਕਰਕੇ ਇਹਦੇ ਨਾਲ ਇਜ਼ ਲੱਗ ਗਿਆ। ਬੀਇੰਗ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਜਾਂ ਭਾਵ ਕੰਟੀਨਿਊਸ ਟੈਂਸ ਹੋਣ ਕਰਕੇ ਆਪਾਂ ਬੀਇੰਗ ਲਾਇਆ। ਇਹ ਨਿਯਮਾਂ ਦੇ ਵਿੱਚ ਹੀ ਆਉਂਦਾ ਤੇ ਵਰਬ ਦੀ ਤੀਸਰੀ ਫਾਰਮ ਡੈਕੋਰੇਟ ਦੀ ਡੈਕੋਰੇਟਡ ਬਣ ਜੂ। ਬਾਏ ਵੀ ਜੋ ਪ੍ਰਨਾਉਨ ਆ ਪੈਸਿਵ ਵਾਇਸ ਦੇ ਵਿੱਚ ਅਸ ਬਣ ਜਾਵੇਗਾ। ਦਾ ਰੂਮ ਇਜ਼ ਬੀਇੰਗ ਡੈਕੋਰੇਟਡ ਬਾਏ ਅਸ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਦੀ। ਪ੍ਰੈਜ਼ੈਂਟ ਪਰਫੈਕਟ ਟੈਂਸ ਦੀ ਜਿਹੜੀ ਪਹਿਚਾਣ ਹੁੰਦੀ ਆ ਉਹਦੇ ਵਿੱਚ ਹੈਲਪਿੰਗ ਵਰਬ ਹੈਜ਼, ਹੈਵ ਤੇ ਵਰਬ ਦੀ ਤੀਸਰੀ ਫਾਰਮ ਲੱਗੀ ਹੁੰਦੀ ਹੈ ਤੇ ਜਦੋਂ ਅਸੀਂ ਇਸ ਦੀ ਪੈਸਿਵ ਵਾਇਸ ਚੇਂਜ ਕਰਦੇ ਹਾਂ ਉਦੋਂ ਅਸੀਂ ਹੈਜ਼ ਬਿਨ, ਹੈਵ ਬਿਨ ਲਗਾ ਕੇ ਵਰਬ ਦੀ ਤੀਸਰੀ ਫਾਰਮ ਦੀ ਵਰਤੋਂ ਕਰਦੇ ਹਾਂ। ਐਕਟਿਵ ਵਾਇਸ ਦੇ ਵਿੱਚ ਅਸੀਂ ਦੇਖਦੇ ਹਾਂ ਹੀ ਹੈਜ਼ ਫਿਨਿਸ਼ਡ ਦਾ ਵਰਕ। ਹੀ ਇੱਕ ਵਚਨ ਹੋਣ ਕਰਕੇ ਹੈਲਪਿੰਗ ਵਰਬ ਹੈਜ਼ ਫਿਨਿਸ਼ਡ, ਤੀਸਰੀ ਫਾਰਮ ਦਾ ਵਰਕ ਆਬਜੈਕਟ। ਦਾ ਵਰਕ ਨੂੰ ਆਪਾਂ ਸਬਜੈਕਟ ਦੇ ਤੌਰ ਤੇ ਲਵਾਂਗੇ ਕਿਉਂਕਿ ਇੱਕ ਵਚਨ ਆ ਹੈਜ਼ ਬਿਨ ਫਿਨਿਸ਼ਡ ਬਾਏ ਹੀ, ਜੋ ਪ੍ਰਨਾਉਨ ਆ ਉਹ ਪੈਸਿਵ ਵਾਇਸ ਦੇ ਵਿੱਚ ਹੈਮ ਬਣ ਜੂਗਾ। ਹੀ ਹੈਜ਼ ਨਾਟ ਫਿਨਿਸ਼ਡ ਦਾ ਵਰਕ, ਹੈਜ਼ ਨਾਲ ਨਾਟ ਲੱਗਿਆ ਹੋਇਆ ਤੇ ਇਹ ਨਾਂਵਾਚਕ ਵਾਕ ਆ। ਹੀ ਸਬਜੈਕਟ, ਫਿਨਿਸ਼ਡ ਵਰਬ ਦੀ ਤੀਸਰੀ ਫਾਰਮ ਦਾ ਵਰਕ ਆਬਜੈਕਟ ਆ। ਦਾ ਵਰਕ ਹੈਜ਼ ਨਾਟ ਬੀਨ ਫਿਨਿਸ਼ਡ ਬਾਏ ਹੈਮ, ਹੈਜ਼ ਹੀ ਫਿਨਿਸ਼ਡ ਦਾ ਵਰਕ। ਹੈਲਪਿੰਗ ਵਰਬ ਸੈਂਟੈਂਸ ਦੇ ਸ਼ੁਰੂ ਵਿੱਚ ਲੱਗਿਆ ਹੋਣ ਕਰਕੇ ਜਿਹੜਾ ਇਹ ਪ੍ਰਸ਼ਨਵਾਚਕ ਵਾਕ ਆ ਉਸ ਤੋਂ ਬਾਅਦ ਸਬਜੈਕਟ ਲਾਤਾ। ਵਰਬ ਦੀ ਤੀਸਰੀ ਫਾਰਮ ਆਬਜੈਕਟ ਤੇ ਪੈਸਿਵ ਵਾਇਸ ਦੇ ਵਿੱਚ ਦਾ ਵਰਕ ਨੂੰ ਹੀ ਸਬਜੈਕਟ ਦੀ ਜਗ੍ਹਾ ਤੇ ਲਾਵਾਂਗੇ ਕਿਉਂਕਿ ਇਹ ਇੱਕ ਵਚਨ ਹੈ। ਇਹਦੇ ਨਾਲ ਹੈਜ਼ ਲੱਗੂ ਹੈਲਪਿੰਗ ਵਰਬ ਕਿਉਂਕਿ ਇੰਟਰੋਗੇਟਿਵ ਸੈਂਟੈਂਸ ਆ ਤਾਂ ਹੈਲਪਿੰਗ ਵਰਬ ਵਾਕ ਦੇ ਸ਼ੁਰੂ ਵਿੱਚ ਲੱਗੇਗਾ। ਸਬਜੈਕਟ ਉਸ ਤੋਂ ਬਾਅਦ ਬਿਨ, ਵਰਬ ਦੀ ਤੀਸਰੀ ਫਾਰਮ ਫਿਨਿਸ਼ਡ ਬਾਏ ਹੈਮ। ਸ਼ੀ ਹੈਜ਼ ਬੌਟ ਚੇਅਰਸ, ਸ਼ੀ ਸਬਜੈਕਟ ਹੈਜ਼ ਹੈਲਪਿੰਗ ਵਰਬ, ਬੌਟ ਵਰਬ ਦੀ ਤੀਸਰੀ ਫਾਰਮ, ਚੇਅਰਸ ਆਬਜੈਕਟ। ਚੇਅਰਸ ਬਹੁਵਚਨ ਹੋਣ ਕਰਕੇ ਹੈਵ ਨਾ ਬਿਨ, ਵਰਬ ਦੀ ਤੀਸਰੀ ਫਾਰਮ ਬੌਟ ਬਾਏ ਹਰ। They have started a business, they subject have helping verb, started verb ਦੀ ਤੀਸਰੀ ਫਾਰਮ, ਇਹ ਬਿਜ਼ਨਸ ਆਬਜੈਕਟ ਆ। ਇਹ ਬਿਜ਼ਨਸ ਇੱਕ ਵਚਨ ਹੋਣ ਕਰਕੇ ਹੈਜ਼, ਪੈਸਿਵ ਵਾਇਸ ਹੋਣ ਕਰਕੇ ਬਿਨ, ਸਟਾਰਟਰ ਤੀਸਰੀ ਫਾਰਮ, ਬਾਏ ਦੇ ਤੋਂ them ਬਣ ਗਿਆ।
I helped the kids. I subject, have helping verb, helped verb ਦੀ ਤੀਸਰੀ ਫਾਰਮ, the kids object। ਪੈਸਿਵ ਵਾਇਸ ਦੇ ਵਿੱਚ the kids ਨੂੰ ਅਸੀਂ ਸਬਜੈਕਟ ਦੀ ਸਥਾਨ ਤੇ ਲਿਖਾਂਗੇ ਕਿਉਂਕਿ ਇਹ ਬਹੁਵਚਨ ਆ ਤੇ ਇਹਦੇ ਨਾਲ have ਲੱਗ ਗਿਆ, ਕਿਉਂਕਿ ਪੈਸਿਵ ਵਾਇਸ ਆ been ਲੱਗ ਗਿਆ। ਹੈਲਪ ਤੀਸਰੀ ਫਾਰਮ ਹੋ ਗਈ, ਬਾਏ I ਤੋਂ me ਬਣ ਗਿਆ। You have broken the cup, you subject, have ਹੈਲਪਿੰਗ ਵਰਬ ਬਹੁਵਚਨ ਹੋਣ ਕਰਕੇ have ਲੱਗਿਆ। ਬਰੋਕਨ ਵਰਬ ਦੀ ਤੀਸਰੀ ਫਾਰਮ the cup object। ਪੈਸਿਵ ਵਾਇਸ ਦੇ ਵਿੱਚ ਅਸੀਂ the cup ਨੂੰ ਸਬਜੈਕਟ ਦੇ ਸਥਾਨ ਤੇ ਲਿਖਾਂਗੇ ਕਿਉਂਕਿ ਇੱਕ ਵਚਨ ਆ ਤਾਂ ਇਹਦੇ ਨਾਲ has ਲੱਗ ਗਿਆ। ਪੈਸਿਵ ਵਾਇਸ ਹੋਣ ਕਰਕੇ been ਲੱਗ ਗਿਆ। ਬਰੋਕਨ ਵਰਬ ਦੀ ਤੀਸਰੀ ਫਾਰਮ by you। ਆ ਜੋਕਰ ਦੇ ਸਬਜੈਕਟ ਸਾ ਵਰਬ ਦੀ ਦੂਸਰੀ ਫਾਰਮ ਆ ਜੋਕਰ ਆਬਜੈਕਟ। ਆ ਜੋਕਰ ਆਪਾਂ ਕੀ ਆ ਸਬਜੈਕਟ ਦੇ ਸਥਾਨ ਤੇ ਲਿਖਾਂਗੇ ਇੱਕ ਵਚਨ ਹੋਣ ਕਰਕੇ ਇਹਦੇ ਨਾਲ ਵਾਸ ਸਾ ਸੀਨ ਸੀ ਸਾ ਸੀਨ ਵਰਬ ਦੀ ਤੀਸਰੀ ਫਾਰਮ ਸੀਨ ਬਾਏ them। she kissed the babies, she subject, kissed ਵਰਬ ਦੀ ਦੂਸਰੀ ਫਾਰਮ the babies object। ਪੈਸਿਵ ਵਾਇਸ ਵਿੱਚ ਦਾ ਬੇਬੀ ਬਹੁਵਚਨ ਹੋਣ ਕਰਕੇ ਇਸ ਨਾਲ ਅਸੀਂ ਹੈਲਪਿੰਗ ਵਰਬ ਲਾਵਾਂਗੇ। ਕੀਸਟ ਵਰਬ ਦੀ ਤੀਸਰੀ ਫਾਰਮ ਬਾਏ ਹਰ। ਸ਼ੀ ਪ੍ਰੋਨਾਉਨ ਆ ਪੈਸਿਵ ਵਾਇਸ ਦੇ ਵਿੱਚ, ਇਸ ਨੂੰ ਅਸੀਂ ਹਰ ਦੇ ਰੂਪ ਵਿੱਚ ਲਿਖਾਂਗੇ। ਹੀ ਆਸਕਡ ਮੀ ਸਮ ਕੁਐਸਚਨਸ, ਹੀ ਸਬਜੈਕਟ, ਆਸਕ ਵਰਬ ਦੀ ਦੂਸਰੀ ਫਾਰਮ, ਸਮ ਕੁਐਸਚਨ ਆਬਜੈਕਟ। ਤਾਂ ਪੈਸਿਵ ਵਾਇਸ ਦੇ ਵਿੱਚ ਸਮ ਕੁਐਸਚਨਸ ਨੂੰ ਅਸੀਂ ਸਬਜੈਕਟ ਦੇ ਸਥਾਨ ਤੇ ਲਿਖਦੇ ਹੋਏ ਇਹ ਪਲੂਰਲ ਫਾਰਮ ਬਹੁਵਚਨ ਹੋਣ ਕਰਕੇ ਇਸ ਤਰ੍ਹਾਂ ਹੈਲਪਿੰਗ ਵਰਬ ਲੱਗੇਗਾ। ਆਸਕਡ ਵਰਬ ਦੀ ਤੀਸਰੀ ਫਾਰਮ ਬਾਏ ਹੀ ਤੋਂ ਅਸੀਂ ਪੈਸਿਵ ਵਾਇਸ ਦੇ ਵਿੱਚ ਇਹਨੂੰ ਹਿਮ ਦੇ ਰੂਪ ਵਿੱਚ ਲਿਖਾਂਗੇ। ਅੱਗੇ ਅਸੀਂ ਗੱਲ ਕਰਦੇ ਹਾਂ ਪਾਸਟ ਕੰਟੀਨਿਊਸ ਟੈਂਸ ਦੀ। ਪਾਸਟ ਕੰਟੀਨਿਊਸ ਟੈਂਸ ਦੀ ਪਹਿਚਾਣ ਇਹ ਹੈ ਇਸ ਨਾਲ ਹੈਲਪਿੰਗ ਵਰਬ ਵਾਸ ਵਰ ਤੇ ਵਰਬ ਦੀ ਪਹਿਲੀ ਫਾਰਮ ਨਾਲ ing ਲੱਗਦਾ ਹੈ ਤੇ ਜਦੋਂ ਅਸੀਂ ਇਸ ਦੀ ਪੈਸਿਵ ਵਾਇਸ ਬਣਾਉਂਦੇ ਹਾਂ ਤਾਂ ਹੈਲਪਿੰਗ ਵਰਬ ਦੇ ਨਾਲ being, was being, were being ਤੇ ਵਰਬ ਦੀ ਤੀਸਰੀ ਫਾਰਮ ਦੀ ਵਰਤੋਂ ਕਰਦੇ ਹਾਂ। ਅਸੀਂ ਹੁਣ ਸੈਂਟੈਂਸ ਪੜ੍ਹਦੇ ਹਾਂ। ਐਕਟਿਵ ਵਾਇਸ ਦੇ ਵਿੱਚ ਪਹਿਲਾ ਸੈਂਟੈਂਸ ਹੈ she was washing a shirt, she subject, was helping verb, washing verb ਦੀ ਪਹਿਲੀ ਫਾਰਮ ing, a shirt object। ਪੈਸਿਵ ਵਾਇਸ ਦੇ ਵਿੱਚ a shirt ਕਿਉਂਕਿ ਇੱਕ ਵਚਨ ਆ, was being ਕਿਉਂਕਿ ਕੰਟੀਨਿਊਸ ਟੈਂਸ ਆ, wash ਦੀ ਤੀਸਰੀ ਫਾਰਮ washed by her। she was not washing a shirt, she subject, was not ਨਾਵਾਚਕ ਵਾਕ ਨੂੰ ਜਿਹੜਾ ਇਹ ਪ੍ਰੈਜ਼ੈਂਟ ਕਰਦਾ ਹੈ। was helping verb, washing verb ਦੀ ਪਹਿਲੀ ਫਾਰਮ a shirt object। a shirt was not being washed by her ਕਿਉਂਕਿ a shirt ਇੱਕ ਵਚਨ ਹੋਣ ਕਰਕੇ ਇਸ ਦਾ was ਨਾਵਾਚਕ ਵਾਕ ਹੋਣ ਕਰਕੇ not, ਕੰਟੀਨਿਊਸ ਟੈਂਸ ਦਾ ਪੈਸਿਵ ਵਾਇਸ ਹੋਣ ਕਰਕੇ being washed by her। was she washing a shirt ਇਹਦੇ ਵਿੱਚ ਇਹ ਇੰਟੈਰੋਗੇਟਿਵ ਵਾਕ ਆ, ਪ੍ਰਸ਼ਨਵਾਚਕ ਵਾਕ ਹੋਣ ਕਰਕੇ ਹੈਲਪਿੰਗ ਵਰਬ ਸੈਂਟੈਂਸ ਦੇ ਸ਼ੁਰੂ ਵਿੱਚ ਲੱਗਿਆ ਹੋਇਆ ਹੈ ਤਾਂ was ਹੈਲਪਿੰਗ ਵਰਬ, ਆਕਸੀਲਰੀ ਵਰਬ ਵੀ ਕਹਿ ਦਿੰਦੇ ਆਪਾਂ। she ਸਬਜੈਕਟ, ਵਾਸ਼ਿੰਗ ਵਰਬ ਦੀ ਪਹਿਲੀ ਫਾਰਮ ing, a shirt object। ਪੈਸਿਵ ਵਾਇਸ ਦੇ ਵਿੱਚ ਅਸੀਂ ਆ ਸ਼ਰਟ ਨਾਲ ਇੱਕ ਵਚਨ ਹੋਣ ਕਰਕੇ ਹੈਲਪਿੰਗ ਵਰਬ was ਲਾਵਾਂਗੇ ਕਿਉਂਕਿ ਇੰਟੈਰੋਗੇਟਿਵ ਸੈਂਟੈਂਸ ਆ ਤਾਂ ਸੈਂਟੈਂਸ ਦੇ ਸ਼ੁਰੂ ਵਿੱਚ was ਲਾਵਾਂਗੇ। ਉਸ ਤੋਂ ਬਾਅਦ ਸਬਜੈਕਟ ਤੋਂ ਬਾਅਦ being, wash ਦੀ ਤੀਸਰੀ ਫਾਰਮ washed by her। he was eating the meal, he subject, was helping verb, eating verb ਦੀ ਪਹਿਲੀ ਫਾਰਮ ing, the meal object। ਪੈਸਿਵ ਵਾਇਸ ਦੇ ਵਿੱਚ ਦਾ ਮੀਲ ਨੂੰ ਸਬਜੈਕਟ ਦੀ ਜਗ੍ਹਾ ਤੇ ਲਿਖਦੇ ਹੋਏ ਹੈਲਪਿੰਗ ਵਰਬ was being eaten by him। they were enjoying the party, they subject, verb helping verb, enjoying verb ਦੀ ਪਹਿਲੀ ਫਾਰਮ ing, the party object। ਪੈਸਿਵ ਵਾਇਸ ਦੇ ਵਿੱਚ ਅਸੀਂ the party ਨੂੰ ਸਬਜੈਕਟ ਦੇ ਸਥਾਨ ਤੇ ਲਿਖਦੇ ਹੋਏ ਇਸ ਦੇ ਨਾਲ ਹੈਲਪਿੰਗ ਵਰਬ was ਲਾਵਾਂਗੇ ਕਿਉਂਕਿ ਇੱਕ ਵਚਨ ਕੰਟੀਨਿਊਸ ਸੈਂਟੈਂਸ ਹੋਣ ਕਰਕੇ ਇਹਦੇ ਨਾਲ ਅਸੀਂ being ਲਾਵਾਂਗੇ ਪੈਸਿਵ ਵਾਇਸ। enjoyed ਵਰਬ ਦੀ ਤੀਸਰੀ ਫਾਰਮ by ਦੇ ਜੋ ਪ੍ਰਨਾਉਨ ਆ ਪੈਸਿਵ ਵਾਇਸ ਦੇ ਵਿੱਚ ਉਹਨੂੰ ਅਸੀਂ them ਦੇ ਰੂਪ ਵਿੱਚ ਬਦਲ ਕੇ ਲਿਖਾਂਗੇ। she was teaching the kids,
she subject was helping verb teaching verb ਦੀ ਪਹਿਲੀ ਫਾਰਮ ਨਾਲ ing the kids object ਪੈਸਿਵ ਵਾਇਸ ਦੇ ਵਿੱਚ ਆਬਜੈਕਟ ਦਾ ਕਿਡਸ ਨੂੰ ਅਸੀਂ ਸਬਜੈਕਟ ਦੀ ਜਗ੍ਹਾ ਤੇ ਲਿਖਦੇ ਹੋਏ ਇਹਦੇ ਨਾਲ ਅਸੀਂ ਹੈਲਪਿੰਗ ਵਰ ਲਾਵਾਂਗੇ ਤੇ ਕਿਉਂਕਿ ਇਹ ਕੰਟੀਨਿਊਸ ਟੈਂਸ ਆ ਤਾਂ ਬੀਇੰਗ ਲਾ ਕੇ ਟੌਟ ਟੀਚਿੰਗ ਦੀ ਤੀਸਰੀ ਫਾਰਮ ਟੌਟ ਬਾਏ ਹਰ ਸ਼ੀ ਪ੍ਰਨਾਉਨ ਦਾ ਨੂੰ ਪੈਸਿਵ ਵਾਇਸ ਦੇ ਵਿੱਚ ਅਸੀਂ ਹਰ ਦੇ ਰੂਪ ਵਿੱਚ ਬਦਲ ਕੇ ਲਿਖਾਂਗੇ ਹੀ ਵਾਜ਼ ਅਪਰੋਚਿੰਗ ਦਾ ਸਟੂਡੈਂਟ ਹੀ ਸਬਜੈਕਟ ਵਾਜ਼ ਹੈਲਪਿੰਗ ਵਰ ਐਪਰੀਸ਼ੀਏਟਿੰਗ ਦਾ ਸਟੂਡੈਂਟ ਐਪਰੀਸ਼ੀਏਟਿੰਗ ਵਰਬ ਦੀ ਪਹਿਲੀ ਫਾਰਮ ing ਦਾ ਸਟੂਡੈਂਟਸ ਆਬਜੈਕਟ ਪੈਸਿਵ ਵਾਇਸ ਦੇ ਵਿੱਚ ਸਬਜੈਕਟ ਦੇ ਰੂਪ ਵਿੱਚ ਦਾ ਸਟੂਡੈਂਟਸ ਲਿਖਾਂਗੇ ਇਹ ਬਹੁਵਚਨ ਹੋਣ ਕਰਕੇ ਪਲੂਰਲ ਫਾਰਮ ਹੋਣ ਕਰਕੇ ਇਹਨਾਂ ਨਾਲ ਹੈਲਪਿੰਗ ਵਰ ਲੱਗੇਗਾ ਬੀਇੰਗ ਐਪਰੀਸ਼ੀਏਟ ਦੀ ਤੀਸਰੀ ਫਾਰਮ ਐਪਰੀਸ਼ੀਏਟਡ ਬਾਏ ਹੀ ਪ੍ਰਨਾਉਨ ਆ ਤਾਂ ਉਸਨੂੰ ਪੈਸਿਵ ਵਾਇਸ ਦੇ ਵਿੱਚ ਹਿਮ ਲਿਖਾਂਗੇ ਅੱਗੇ ਆ ਗਿਆ ਪਾਸਟ ਪਰਫੈਕਟ ਟੈਂਸ ਪਾਸਟ ਪਰਫੈਕਟ ਟੈਂਸ ਦੀ ਪਹਿਚਾਣ ਇਹ ਹੈ ਕਿ ਇਸ ਵਿੱਚ ਹੈਡ ਲੱਗਦਾ ਹੈ ਤੇ ਵਰਬ ਦੀ ਤੀਸਰੀ ਫਾਰਮ ਦੀ ਵਰਤੋਂ ਕਰਦੇ ਹਾਂ ਤੇ ਪੈਸਿਵ ਵਾਇਸ ਦੇ ਵਿੱਚ ਅਸੀਂ ਹੈਲਪਿੰਗ ਵਰਬ ਔਰ ਐਕਸਿਲਰੀ ਵਰਬ ਆ ਜੋ ਅਸੀਂ ਉਹ ਕੀ ਆ ਹੈਡ ਤੇ ਉਹਦੇ ਨਾਲ ਬਿਨ ਲਗਾਉਂਦੇ ਆ ਤੇ ਵਰਬ ਦੀ ਤੀਸਰੀ ਫਾਰਮ ਲਗਾਉਂਦੇ ਆ ਐਕਟਿਵ ਵਾਇਸ ਦੇ ਵਿੱਚ ਪਹਿਲੀ ਐਗਜ਼ਾਮਪਲ ਪੜ੍ਹਦੇ ਆ ਦੇ ਹੈਡ ਵਨ ਦਾ ਕੰਪੀਟੀਸ਼ਨ ਦੇ ਸਬਜੈਕਟ ਹੈਡ ਹੈਲਪਿੰਗ ਵਰਬ ਵਨ ਵਰਬ ਦੀ ਤੀਸਰੀ ਫਾਰਮ ਦਾ ਕੰਪੀਟੀਸ਼ਨ ਆਬਜੈਕਟ ਪੈਸਿਵ ਵਾਇਸ ਦੇ ਵਿੱਚ ਦਾ ਕੰਪੀਟੀਸ਼ਨ had been won by them ਕੰਪੀਟੀਸ਼ਨ ਆਬਜੈਕਟ ਨੂੰ ਸਬਜੈਕਟ ਬਣਾਤਾ ਹੈਡ ਦੇ ਨਾਲ ਬਿਨ ਲਗਾਤਾ ਵਨ ਵਰਬ ਦੀ ਤੀਸਰੀ ਫਾਰਮ ਬਾਏ ਦੇ ਪ੍ਰਨਾਉਨ ਪੈਸਿਵ ਵਾਇਸ ਦੇ ਵਿੱਚ them ਦੇ ਰੂਪ ਵਿੱਚ ਲਿਖਿਆ ਜਾਵੇਗਾ they had not won the competition ਦੇ ਜੋ ਹੈਗਾ ਸਬਜੈਕਟ ਹੈ had not had ਹੈਲਪਿੰਗ ਵਰਬ not ਨਾਵਾਚਕ ਸੈਂਟੈਂਸ ਨੂੰ ਪੇਸ਼ ਕਰਦਾ ਹੈ ਵਨ ਵਰਬ ਦੀ ਤੀਸਰੀ ਫਾਰਮ ਦਾ ਕੰਪੀਟੀਸ਼ਨ ਆਬਜੈਕਟ ਪੈਸਿਵ ਵਾਇਸ ਦੇ ਵਿੱਚ ਦਾ ਕੰਪੀਟੀਸ਼ਨ ਸਬਜੈਕਟ ਦੇ ਰੂਪ ਵਿੱਚ ਲਿਖਾਂਗੇ had not ਨਾਵਾਚਕ ਹੋਣ ਕਰਕੇ had ਪੈਸਿਵ ਵਾਇਸ ਹੋਣ ਕਰਕੇ been ਵਰਬ ਦੀ ਤੀਸਰੀ ਫਾਰਮ won by ਦੇ ਪ੍ਰਨਾਉਨ ਨੂੰ ਅਸੀਂ ਜਿਹੜਾ ਦੇ ਨੂੰ ਅਸੀਂ them ਦੇ ਰੂਪ ਵਿੱਚ ਲਿਖਾਂਗੇ ਪੈਸਿਵ ਵਾਇਸ ਦੇ ਵਿੱਚ had they won the competition ਪ੍ਰਸ਼ਨਵਾਚਕ ਵਾਕ ਹੋਣ ਕਰਕੇ ਹੈਲਪਿੰਗ ਵਰਬ ਵਾਕ ਦੇ ਸ਼ੁਰੂ ਵਿੱਚ ਲੱਗਿਆ ਹੋਇਆ ਹੈ ਹੈਲਪਿੰਗ ਵਰਬ had ਉਸ ਤੋਂ ਬਾਅਦ ਦੇ ਸਬਜੈਕਟ ਵਨ ਵਰਬ ਦੀ ਤੀਸਰੀ ਫਾਰਮ ਦਾ ਕੰਪੀਟੀਸ਼ਨ ਆਬਜੈਕਟ ਤੇ ਵਾਕ ਦੇ ਅੰਤ ਵਿੱਚ ਸਾਈਨ ਆਫ ਇੰਟਰੋਗੇਸ਼ਨ ਲੱਗਿਆ ਹੋਇਆ ਹੈ ਪੈਸਿਵ ਵਾਇਸ ਦੇ ਵਿੱਚ ਦਾ ਕੰਪੀਟੀਸ਼ਨ ਸਬਜੈਕਟ ਕਿਉਂਕਿ ਪ੍ਰਸ਼ਨਵਾਚਕ ਵਾਕ ਅਤੇ ਇੱਕ ਵਚਨ ਆ ਤਾਂ ਹੈਡ ਨੂੰ ਅਸੀਂ ਵਾਕ ਦੇ ਸ਼ੁਰੂ ਵਿੱਚ ਲਿਖਾਂਗੇ ਕੰਪੀਟੀਸ਼ਨ ਤੋਂ ਬਾਅਦ ਬਿਨ ਲਿਖਾਂਗੇ ਵਨ ਵਰਬ ਦੀ ਤੀਸਰੀ ਫਾਰਮ ਬਾਏ them ਹੀ ਹੈਡ ਬੌਟ ਆ ਕਾਰ ਹੀ ਸਬਜੈਕਟ ਹੈਡ ਵਰਬ ਦੀ ਤੀਸਰੀ ਫਾਰਮ ਬੌਟ ਵਰਬ ਹੀ ਸਬਜੈਕਟ ਹੈਡ ਹੈਲਪਿੰਗ ਵਰਬ ਬੌਟ ਵਰਬ ਦੀ ਤੀਸਰੀ ਫਾਰਮ ਏ ਕਾਰ ਆਬਜੈਕਟ ਪੈਸਿਵ ਵਾਇਸ ਦੇ ਵਿੱਚ ਇਹ ਕਾਰ had been bought by him she had passed the exam she subject had helping verb passed ਵਰਬ ਦੀ ਤੀਸਰੀ ਫਾਰਮ the exam object ਪੈਸਿਵ ਵਾਇਸ ਦੇ ਵਿੱਚ ਆਬਜੈਕਟ ਨੂੰ ਸਬਜੈਕਟ ਬਣਾਵਾਂਗੇ the exam ਤੇ ਕਿਉਂਕਿ ਇੱਕ ਵਚਨ ਆ ਇਹਦੇ ਨਾਲ ਹੈਲਪਿੰਗ ਵਰਬ ਹੈਡ ਲੱਗੂਗਾ ਪੈਸਿਵ ਵਾਇਸ ਹੋਣ ਕਰਕੇ been passed ਵਰਬ ਦੀ ਤੀਸਰੀ ਫਾਰਮ by she ਪ੍ਰਨਾਉਨ ਆ ਪੈਸਿਵ ਵਾਇਸ ਦੇ ਵਿੱਚ she ਨੂੰ ਅਸੀਂ ਹਰ ਦੇ ਰੂਪ ਵਿੱਚ ਲਿਖਾਂਗੇ they had resolved the issue ਦੇ ਸਬਜੈਕਟ had helping verb resolved ਵਰਬ ਦੀ ਤੀਸਰੀ ਫਾਰਮ the issue object ਪੈਸਿਵ ਵਾਇਸ ਦੇ ਵਿੱਚ the issue ਨੂੰ ਅਸੀਂ ਸਬਜੈਕਟ ਦੇ ਸਥਾਨ ਤੇ ਲਿਖਾਂਗੇ ਇੱਕ ਵਚਨ ਹੋਣ ਕਰਕੇ had ਪੈਸਿਵ ਵਾਇਸ ਹੋਣ ਕਰਕੇ been resolved ਵਰਬ ਦੀ ਤੀਸਰੀ ਫਾਰਮ by ਦੇ ਪ੍ਰਨਾਉਨ ਨੂੰ ਪੈਸਿਵ ਵਾਇਸ ਦੇ ਵਿੱਚ them ਦੇ ਰੂਪ ਵਿੱਚ ਲਿਖਾਂਗੇ the thief had stolen the money the thief subject had helping verb stolen verb ਦੀ ਤੀਸਰੀ ਫਾਰਮ the money object ਪੈਸਿਵ ਵਾਇਸ ਵਿੱਚ the money ਨੂੰ ਅਸੀਂ ਸਬਜੈਕਟ ਦੇ ਸਥਾਨ ਤੇ ਲਿਖਾਂਗੇ helping verb had ਪੈਸਿਵ ਵਾਇਸ ਹੋਣ ਕਰਕੇ been stolen verb ਦੀ ਤੀਸਰੀ ਫਾਰਮ by the thief ਹੁਣ ਅਸੀਂ ਗੱਲ ਕਰਦੇ ਹਾਂ ਫਿਊਚਰ ਇੰਡੈਫੀਨਿਟ ਟੈਂਸ ਦੀ ਫਿਊਚਰ ਇੰਡੈਫੀਨਿਟ ਟੈਂਸ ਦੀ ਪਛਾਣ ਇਹ ਹੈ ਕਿ ਇਸ ਵਿੱਚ ਵੈਲ ਸ਼ੈਲ ਅਤੇ ਵਰਬ ਦੀ ਪਹਿਲੀ ਫਾਰਮ
ਲੱਗੀ ਹੁੰਦੀ ਹੈ ਤੇ ਜਦੋਂ ਅਸੀਂ ਇਸ ਦੀ ਵੌਇਸ ਚੇਂਜ ਕਰਦੇ ਹਾਂ ਤਾਂ ਉਦੋਂ ਅਸੀਂ ਵੈਲ ਬੀ ਤੇ ਸ਼ੈਲ ਬੀ ਤੇ ਵਰਬ ਦੀ ਤੀਸਰੀ ਫਾਰਮ ਦੀ ਵਰਤੋਂ ਕਰਦੇ ਹਾਂ। ਐਕਟਿਵ ਵੌਇਸ ਦੇ ਵਿੱਚ ਅਸੀਂ ਪਹਿਲੇ ਐਗਜ਼ਾਮਪਲ ਪੜ੍ਹਦੇ ਹਾਂ, ਹੀ ਵੈਲ ਸਟੱਡੀ ਦਿਸ ਬੁੱਕ। ਹੀ ਸਬਜੈਕਟ ਵੈਲ ਹੈਲਪਿੰਗ ਵਰਬ, ਸਟੱਡੀ ਵਰਬ ਦੀ ਪਹਿਲੀ ਫਾਰਮ, ਦਿਸ ਬੁੱਕ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਦਿਸ ਬੁੱਕ ਸਬਜੈਕਟ ਬਣ ਜਾਵੇਗਾ, ਵੈਲ ਨਾਲ ਬੀ ਲੱਗ ਕੇ ਬਾਅਦ ਸਟੱਡੀ ਦੀ ਤੀਸਰੀ ਫਾਰਮ ਆਫ ਵਰਬ ਹੋ ਜਾ ਸਟੱਡੀਡ ਬਾਏ ਹੀ ਤੋਂ ਜਿਹੜਾ ਹੈਮ ਬਣ ਜਾਵੇਗਾ ਪੈਸਿਵ ਦੇ ਵਿੱਚ। ਹੀ ਵੈਲ ਨਾਟ ਸਟੱਡੀ ਦਿਸ ਬੁੱਕ। ਹੀ ਸਬਜੈਕਟ ਵੈਲ ਨਾਟ ਨਾਵਾਚਕ ਵਾਕ ਨੂੰ ਪੇਸ਼ ਕਰਦਾ ਹੈ, ਸਟੱਡੀ ਵਰਬ ਦੀ ਪਹਿਲੀ ਫਾਰਮ, ਦਿਸ ਬੁੱਕ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਦਿਸ ਬੁੱਕ ਵੈਲ ਕਿਉਂਕਿ ਨਾਵਾਚਕ ਇਹਦੇ ਨਾਲ ਨਾਟ ਲੱਗ ਜੂ, ਉਸ ਤੋਂ ਬਾਅਦ ਬੀ ਸਟੱਡੀ ਦੀ ਤੀਸਰੀ ਫਾਰਮ ਸਟੱਡੀਡ ਬਾਏ ਹੀ ਪ੍ਰਨਾਉਨ ਤੋਂ ਪੈਸਿਵ ਵੌਇਸ ਦੇ ਵਿੱਚ ਹਿਮ ਬਣ ਜਾਵੇਗਾ। ਵੈਲ ਹੀ ਸਟੱਡੀ ਦਿਸ ਬੁੱਕ ਕਿਉਂਕਿ ਇਹ ਪ੍ਰਸ਼ਨਵਾਚਕ ਵਾਕ ਆ, ਹੈਲਪਿੰਗ ਵਰਬ ਸਟੈਂਸ ਦੇ ਸ਼ੁਰੂ ਵਿੱਚ ਲੱਗਿਆ ਹੋਇਆ ਹੈ। ਵੈਲ ਹੈਲਪਿੰਗ ਵਰਬ, ਹੀ ਸਬਜੈਕਟ ਸਟੱਡੀ ਵਰਬ ਦੀ ਪਹਿਲੀ ਫਾਰਮ, ਦਿਸ ਬੁੱਕ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਦਿਸ ਬੁੱਕ ਵੈਲ ਨੂੰ ਅਸੀਂ ਵਾਕ ਦੇ ਸ਼ੁਰੂ ਵਿੱਚ ਲੱਗਿਆ ਹੈ, ਉਸ ਤੋਂ ਬਾਅਦ ਦਿਸ ਬੁੱਕ ਤੋਂ ਬਾਅਦ ਬੀ ਕਿਉਂਕਿ ਵੈਲ ਨਾਲ ਬੀ ਲੱਗਦਾ ਪੈਸਿਵ ਵੌਇਸ ਦੇ ਵਿੱਚ। ਸਟੱਡੀਡ ਤੀਸਰੀ ਫਾਰਮ ਸਟੱਡੀਡ ਬਾਏ ਹਿਮ। ਹੀ ਪ੍ਰਨਾਉਨ ਨੂੰ ਪੈਸਿਵ ਦੇ ਵਿੱਚ ਹਿਮ ਦੇ ਰੂਪ ਵਿੱਚ ਲਿਖਾਂਗੇ। ਦੇ ਵਿਲ ਸਟਾਰਟ ਆ ਬਿਜ਼ਨਸ, ਦੇ ਸਬਜੈਕਟ ਵੈਲ ਹੈਲਪਿੰਗ ਵਰਬ, ਸਟਾਰਟ ਵਰਬ ਦੀ ਪਹਿਲੀ ਫਾਰਮ, ਆ ਬਿਜ਼ਨਸ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਆਬਜੈਕਟ ਏ ਬਿਜ਼ਨਸ ਨੂੰ ਸਬਜੈਕਟ ਦੇ ਸਥਾਨ 'ਤੇ ਲਿਖਾਂਗੇ। ਵੈਲ ਪੈਸਿਵ ਵੌਇਸ ਹੋਣ ਕਰਕੇ ਬੀ ਸਟਾਰਟ ਦੀ ਤੀਸਰੀ ਫਾਰਮ ਸਟਾਰਟਡ ਬਾਏ ਦੈਮ। ਦੇ ਪ੍ਰਨਾਉਨ ਆ ਪੈਸਿਵ ਵੌਇਸ ਦੇ ਵਿੱਚ ਇਹਨੂੰ ਦੈਮ ਦੇ ਰੂਪ ਵਿੱਚ ਲਿਖਾਂਗੇ। ਸ਼ੀ ਵੈਲ ਰਾਈਟ ਆ ਸਟੋਰੀ। ਸ਼ੀ ਸਬਜੈਕਟ ਵੈਲ ਵਰਬ ਦੀ ਵੈਲ ਹੈਲਪਿੰਗ ਵਰਬ, ਰਾਈਟ ਵਰਬ ਦੀ ਪਹਿਲੀ ਫਾਰਮ, ਆ ਸਟੋਰੀ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਇਹ ਆਬਜੈਕਟ ਆ ਸਟੋਰੀ ਨੂੰ ਸਬਜੈਕਟ ਦੇ ਸਥਾਨ 'ਤੇ ਲਿਖਾਂਗੇ। ਹੈਲਪਿੰਗ ਵਰਬ ਵੈਲ ਨਾਲ ਬੀ ਪੈਸਿਵ ਵੌਇਸ ਹੋਣ ਕਰਕੇ, ਰਾਈਟ ਦੀ ਤੀਸਰੀ ਫਾਰਮ ਰਿਟਨ ਬਾਏ ਹਰ। ਸ਼ੀ ਪ੍ਰਨਾਉਨ ਪੈਸਿਵ ਵੌਇਸ ਦੇ ਵਿੱਚ ਇਸ ਨੂੰ ਹਰ ਦੇ ਰੂਪ ਵਿੱਚ ਲਿਖਾਂਗੇ। ਵੀ ਵੈਲ ਪਲੇ ਆ ਗੇਮ। ਵੀ ਸਬਜੈਕਟ ਵੈਲ ਹੈਲਪਿੰਗ ਵਰਬ, ਪਲੇ ਵਰਬ ਦੀ ਪਹਿਲੀ ਫਾਰਮ, ਆ ਗੇਮ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਆ ਗੇਮ ਜੋ ਆਬਜੈਕਟ ਉਹਨੂੰ ਉਹਨੂੰ ਆਪਾਂ ਸਬਜੈਕਟ ਦੇ ਸਥਾਨ 'ਤੇ ਲਿਖਾਂਗੇ। ਇਸ ਨਾਲ ਵੈਲ ਵੀ ਪਲੇ ਦੀ ਤੀਸਰੀ ਫਾਰਮ ਪਲੇਡ ਬਾਏ ਅਸ। ਵੀ ਜੋ ਪ੍ਰਨਾਉਨ ਆ ਪੈਸਿਵ ਵੌਇਸ ਦੇ ਵਿੱਚ ਉਸ ਨੂੰ ਅਸ ਦੇ ਰੂਪ ਵਿੱਚ ਲਿਖਾਂਗੇ। ਸ਼ੀ ਵੈਲ ਵੀਅਰ ਆ ਨਿਊ ਡਰੈਸ। ਸ਼ੀ ਸਬਜੈਕਟ ਵੈਲ ਹੈਲਪਿੰਗ ਵਰਬ, ਵਰਬ ਦੀ ਪਹਿਲੀ ਫਾਰਮ, ਆ ਨਿਊ ਡਰੈਸ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਆ ਨਿਊ ਡਰੈਸ ਆਬਜੈਕਟ ਨੂੰ ਸਬਜੈਕਟ ਦੇ ਸਥਾਨ 'ਤੇ ਲਿਖਾਂਗੇ। ਪੈਸਿਵ ਵੌਇਸ ਹੋਣ ਕਰਕੇ ਵੈਲ ਵੀ ਵਰਬ ਦੀ ਤੀਸਰੀ ਫਾਰਮ, ਵੀਅਰ ਦੀ ਵੌਨ ਬਾਏ ਹਰ। ਸ਼ੀ ਪ੍ਰਨਾਉਨ ਪੈਸਿਵ ਵੌਇਸ ਦੇ ਵਿੱਚ ਇਸ ਨੂੰ ਅਸੀਂ ਹਰ ਦੇ ਰੂਪ ਵਿੱਚ ਲਿਖਾਂਗੇ। ਉਸ ਤੋਂ ਬਾਅਦ ਆ ਗਿਆ ਫਿਊਚਰ ਪਰਫੈਕਟ ਟੈਂਸ। ਫਿਊਚਰ ਪਰਫੈਕਟ ਟੈਂਸ ਦੇ ਵਿੱਚ ਵੈਲ ਹੈਵ ਤੇ ਵਰਬ ਦੀ ਤੀਸਰੀ ਫਾਰਮ ਦੀ ਅਸੀਂ ਵਰਤੋਂ ਕਰਦੇ ਹਾਂ। ਤੇ ਜਦੋਂ ਅਸੀਂ ਪੈਸਿਵ ਵੌਇਸ ਬਣਾਉਂਦੇ ਹਾਂ ਫਿਊਚਰ ਪਰਫੈਕਟ ਟੈਂਸ ਦੀ ਪਹਿਚਾਣ ਇਹ ਇਸ ਵਿੱਚ ਵੈਲ ਹੈਵ ਤੇ ਵਰਬ ਦੀ ਤੀਸਰੀ ਫਾਰਮ ਲੱਗੀ ਹੁੰਦੀ ਹੈ। ਤੇ ਜਦੋਂ ਅਸੀਂ ਇਸ ਦੀ ਜੋ ਪੈਸਿਵ ਵੌਇਸ ਬਣਾਉਂਦੇ ਹਾਂ ਤਾਂ ਉਦੋਂ ਅਸੀਂ ਵੈਲ ਹੈਵ ਦੇ ਨਾਲ ਬਿਨ ਲਗਾ ਦਿੰਦੇ ਹਾਂ ਤੇ ਵਰਬ ਦੀ ਤੀਸਰੀ ਫਾਰਮ ਦੀ ਵਰਤੋਂ ਕਰਦੇ ਹਾਂ। ਐਗਜ਼ਾਮਪਲ ਲੈਂਦੇ ਹਾਂ, ਹੀ ਵੈਲ ਹੈਵ ਰਿਸੀਵਡ ਦਾ ਲੈਟਰ। ਹੀ ਸਬਜੈਕਟ ਵੈਲ ਹੈਵ ਹੈਲਪਿੰਗ ਵਰਬ, ਰਿਸੀਵਡ ਵਰਬ ਦੀ ਤੀਸਰੀ ਫਾਰਮ, ਦਾ ਲੈਟਰ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਆਬਜੈਕਟ ਦਾ ਲੈਟਰ ਨੂੰ ਇਸ ਸਬਜੈਕਟ ਦੇ ਸਥਾਨ 'ਤੇ ਲਿਖਾਂਗੇ। ਵੈਲ ਹੈਵ ਬੀਨ ਵਰਬ ਦੀ ਤੀਸਰੀ ਫਾਰਮ ਰਿਸੀਵਡ ਬਾਏ ਹੀ ਤੋਂ ਹਿਮ। ਹੀ ਵੈਲ ਨਾਟ ਹੈਵ ਰਿਸੀਵਡ ਦਾ ਲੈਟਰ। ਹੀ ਸਬਜੈਕਟ ਵੈਲ ਜਿਹੜਾ ਹੈ ਵੈਲ ਨਾਟ ਹੈਵ ਜਿਹੜਾ ਹੈਲਪਿੰਗ ਵਰਬ ਆ ਨਾਟ ਨਾਵਾਚਕ ਵਾਕ ਨੂੰ ਪੇਸ਼ ਕਰਦਾ ਹੈ। ਰਿਸੀਵਡ ਵਰਬ ਦੀ ਤੀਸਰੀ ਫਾਰਮ, ਦਾ ਲੈਟਰ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਦਾ ਲੈਟਰ ਨੂੰ ਅਸੀਂ ਸਬਜੈਕਟ ਦੇ ਸਥਾਨ 'ਤੇ ਲਿਖਾਂਗੇ। ਵੈਲ ਨਾਟ ਹੈਵ ਬਿਨ ਪੈਸਿਵ ਵੌਇਸ ਹੋਣ ਕਰਕੇ ਵੈਲ ਨਾਟ ਹੈਵ ਦੇ ਨਾਲ ਬਿਨ ਲੱਗ ਗਿਆ। ਉਸ ਤੋਂ ਬਾਅਦ ਰਿਸੀਵਡ ਵਰਬ ਦੀ ਤੀਸਰੀ ਫਾਰਮ ਬਾਏ ਹੀ ਪ੍ਰਨਾਉਨ ਆ ਤਾਂ ਪੈਸਿਵ ਵੌਇਸ ਦੇ ਵਿੱਚ ਉਸ ਨੂੰ ਹੈਮ ਦੇ ਰੂਪ ਵਿੱਚ ਲਿਖਾਂਗੇ। ਵੈਲ ਹੀ ਹੈਵ ਰਿਸੀਵਡ ਦਾ ਲੈਟਰ।
ਕਿਉਂਕਿ ਪ੍ਰਸ਼ਨਵਾਚਕ ਵਾਕ ਆ, ਇਸ ਕਰਕੇ ਜਿਹੜਾ ਹੈਲਪਿੰਗ ਵਰਬ ਵੈਲ ਨੂੰ ਵਾਕ ਦੇ ਸ਼ੁਰੂ ਵਿੱਚ ਲਿਖਿਆ ਹੀ ਸਬਜੈਕਟ ਆ। ਹੈਵ ਹੈਲਪਿੰਗ ਵਰਬ ਦਾ ਦੂਸਰਾ ਪਾਰਟ ਵੈਲ ਤੇ ਹੈਵ ਨੂੰ ਡਿਵਾਈਡ ਕੀਤਾ ਇਹਨੇ। ਰਿਸੀਵਡ ਵਰਬ ਦੀ ਤੀਸਰੀ ਫਾਰਮ ਦਾ ਲੈਟਰ ਆਬਜੈਕਟ। ਪ੍ਰਸ਼ਨਵਾਚਕ ਹੋਣ ਕਰਕੇ ਪੈਸਿਵ ਵਾਇਸ ਦੇ ਵਿੱਚ ਵੀ ਵੈਲ ਨੂੰ ਅਸੀਂ ਵਾਕ ਦੇ ਸ਼ੁਰੂ ਵਿੱਚ ਲਿਖਾਂਗੇ। ਉਸ ਤੋਂ ਬਾਅਦ ਸਬਜੈਕਟ ਆਬਜੈਕਟ ਦਾ ਲੈਟਰ ਨੂੰ ਸਬਜੈਕਟ ਦੇ ਰੂਪ ਵਿੱਚ, ਫਿਰ ਹੈਵ ਬੀਨ। ਰਿਸੀਵਡ ਵਰਬ ਦੀ ਤੀਸਰੀ ਫਾਰਮ ਬਾਏ ਹੀ ਤੋਂ ਹੈਮ ਬਣ ਗਿਆ। ਸ਼ੀ ਵੈਲ ਹੈਵ ਕਲੀਨਡ ਦਾ ਰੂਮ। ਸ਼ੀ ਸਬਜੈਕਟ ਵੈਲ ਹੈਵ ਹੈਲਪਿੰਗ ਵਰਬ, ਕਲੀਨਡ ਵਰਬ ਦੀ ਤੀਸਰੀ ਫਾਰਮ ਦਾ ਰੂਮ ਆਬਜੈਕਟ। ਪੈਸਿਵ ਵਾਇਸ ਦੇ ਵਿੱਚ ਆਬਜੈਕਟ ਦਾ ਰੂਮ ਨੂੰ ਸਬਜੈਕਟ ਦੇ ਸਥਾਨ ਤੇ ਲਿਖਦੇ ਹੋਏ ਵੈਲ ਹੈਵ ਦੇ ਨਾਲ ਬੀਨ ਲਗਾਵਾਂਗੇ। ਵਰਬ ਦੀ ਤੀਸਰੀ ਫਾਰਮ ਕਲੀਨਡ ਬਾਏ ਸ਼ੀ ਪ੍ਰੋਨਾਉਨ ਦਾ ਜਿਹੜਾ ਹੈਗਾ ਰੂਪ ਹਰ ਬਣ ਜਾਵੇਗਾ ਪੈਸਿਵ ਵਾਇਸ ਦੇ ਵਿੱਚ। He will have finished the task. He subject will have helping verb, finished verb ਦੀ ਤੀਸਰੀ ਫਾਰਮ the task object। ਪੈਸਿਵ ਵਾਇਸ ਦੇ ਵਿੱਚ the task will have been finished verb ਦੀ ਤੀਸਰੀ ਫਾਰਮ by her। ਹੈਮ ਆਉਣਾ ਸੀ ਇੱਥੇ ਕਿਉਂਕਿ ਸਬਜੈਕਟ ਹੀ ਆ, ਇਸ ਨੂੰ ਹੈਮ ਪੜ੍ਹਿਆ ਜਾਵੇ। They will have attended the meeting। They subject will have helping verb, attended verb ਦੀ ਤੀਸਰੀ ਫਾਰਮ ਦਾ ਮੀਟਿੰਗ ਜੋ ਹੈ ਆਬਜੈਕਟ ਆ। ਪੈਸਿਵ ਵਾਇਸ ਦੇ ਵਿੱਚ ਦਾ ਮੀਟਿੰਗ ਆਬਜੈਕਟ ਨੂੰ ਸਬਜੈਕਟ ਦੇ ਸਥਾਨ ਤੇ ਵੈਲ ਹੈਵ ਬੀਨ ਹੈਲਪਿੰਗ ਵਰਬ, ਅਟੈਂਡਡ ਵਰਬ ਦੀ ਤੀਸਰੀ ਫਾਰਮ ਬਾਏ ਦੇ ਜੋ ਪ੍ਰੋਨਾਉਨ ਆ ਤਾਂ ਪੈਸਿਵ ਵਾਇਸ ਦੇ ਵਿੱਚ ਇਹ ਦੈਮ ਬਣ ਜਾਏਗਾ, ਇਸ ਨੂੰ ਦੈਮ ਦੇ ਰੂਪ ਵਿੱਚ ਲਿਖਾਂਗੇ।